ਹੈਲੋ ਬੱਚਿਓ, ਮੇਰਾ ਨਾਮ ਹੈ ਭਾਵਨਾ ਭੱਲਾ। ਮੈਂ ਲੈਕਚਰਰ ਕੈਮਿਸਟਰੀ ਤੁਹਾਨੂੰ ਅੱਜ ਪਹਿਲਾ ਚੈਪਟਰ ਇੰਗਲਿਸ਼ ਦਾ ਪੜ੍ਹਾਉਣ ਜਾ ਰਹੀ ਹਾਂ। ਦੈਟ ਇਜ਼ ਜੈਂਡਰ ਬਾਇਸ। ਜੈਂਡਰ ਬਾਇਸ ਦਾ ਮਤਲਬ ਹੁੰਦਾ ਹੈ ਲਿੰਗ ਦੇ ਅਨੁਸਾਰ ਪੱਖਪਾਤ ਕਰਨਾ। ਜਿਵੇਂ ਤੁਸੀਂ ਜਾਣਦੇ ਹੋ ਕਿ ਪਿੰਡਾਂ ਦੇ ਵਿੱਚ ਬਹੁਤ ਸਾਰੇ ਕੁੜੀਆਂ ਮੁੰਡਿਆਂ 'ਚ ਫ਼ਰਕ ਕੀਤਾ ਜਾਂਦਾ ਹੈ। ਤਾਂ ਇਹ ਵੀ ਸਟੋਰੀ ਸੁਧਾ ਮੂਰਤੀ ਨੇ ਲਿਖੀ ਹੈ। ਉਹ ਬਹੁਤ ਵੱਡੀ ਸਮਾਜ ਸੇਵਕ ਹੈ। ਉਹਨੇ ਵੀ ਇਹਦੇ 'ਚ ਇਹੀ ਦੱਸਿਆ ਹੈ ਕਿ ਲਿੰਗ ਦੇ ਆਧਾਰ 'ਤੇ ਕਿਵੇਂ ਪੱਖਪਾਤ ਕੀਤਾ ਜਾਂਦਾ ਹੈ। ਜੈਂਡਰ ਬਾਇਸ। ਸੁਧਾ ਮੂਰਤੀ ਇਹਦੀ ਰਾਈਟਰ ਹੈ। 1950 ਉਹਦਾ ਬਰਥ ਈਅਰ ਸੀਗਾ ਜਦੋਂ ਉਹਨੇ ਸਟੋਰੀ ਲਿਖੀ ਹੈ। ਅਤੇ ਉਹ ਸੋਸ਼ਲ ਵਰਕਰ ਮਤਲਬ ਇੱਕ ਸਮਾਜ ਸੇਵਿਕਾ ਹੈ ਔਰ ਬਹੁਤ ਸਾਰੇ ਉਹਨੇ ਕੰਮ ਕੀਤੇ ਹੋਏ ਆ। ਇਹਦੀ ਇਹੀ ਸਟੋਰੀ ਡੀਲ ਕਰਦੀ ਹੈ ਕਿ ਲੋਕਾਂ ਦੇ ਆਮ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਅਤੇ ਸਮਾਜ ਦੇ ਵਿੱਚ ਕੀ ਕੀ ਪ੍ਰੋਬਲਮਸ ਹੈ। ਥੋੜ੍ਹਾ ਬਹੁਤ ਇਹਦੇ ਬਾਰੇ ਪਹਿਲੇ ਜਾਣ ਲਈਏ ਕਿ ਸੁਧਾ ਮੂਰਤੀ ਨੇ ਜਿਹੜੀ ਇਲੈਕਟ੍ਰੀਕਲ ਦੀ ਡਿਗਰੀ ਮਤਲਬ ਇੰਜੀਨੀਅਰਿੰਗ ਕੀਤੀ ਸੀਗੀ ਹੁਬਲੀ ਤੋਂ। ਉਸ ਤੋਂ ਬਾਅਦ ਐਮਟੈਕ ਕਰਨ IIT ਬੈਂਗਲੌਰ ਗਈ 2006 ਵਿੱਚ। ਬਹੁਤੀ ਪੁਰਾਣੀ ਸਟੋਰੀ ਨਹੀਂ ਹੈ ਬੇਟਾ। 2006 ਵਿੱਚ ਉਹਨੂੰ ਪਦਮ ਸ਼੍ਰੀ ਦਾ ਅਵਾਰਡ ਮਿਲਿਆ। ਉਸ ਤੋਂ ਬਾਅਦ ਉਹ ਇਨਫੋਸਿਸ ਕੰਪਨੀ ਹੈ ਉਹਦੀ ਚੇਅਰਪਰਸਨ ਰਹੀ ਹੈ। ਠੀਕ ਹੈ। ਉਹਨੇ ਬਹੁਤ ਕੰਮ ਕੀਤੇ ਹੈ ਗਰੀਬੀ 'ਤੇ, ਐਜੂਕੇਸ਼ਨ ਦੀ ਲੈਵਲ ਚੁੱਕਣ 'ਤੇ, ਲੋਕਾਂ ਦੀ ਹੈਲਥ 'ਤੇ। ਇਹ ਜਿਹੜੀ ਕਹਾਣੀ ਹੈ ਉਹਦਾ ਇੱਕ ਕਲੈਕਸ਼ਨ ਆਫ ਸਟੋਰੀਜ਼ ਹੈ। ਕਹਾਣੀਆਂ ਦੀ ਕਿਤਾਬ ਹੈ ਹਾਊ ਆਈ ਟੌਟ ਮਾਈ ਗ੍ਰੈਂਡ ਮਦਰ ਟੂ ਰੀਡ। ਅਤੇ ਇਹਦਾ ਮਤਲਬ ਕੀ ਹੈ ਕਿ ਮੈਂ ਆਪਣੀ ਦਾਦੀ ਜਾਂ ਗ੍ਰੈਂਡ ਮਦਰ, ਦਾਦੀ ਨਾਨੀ ਦੋਨਾਂ ਨੂੰ ਕਹਿੰਦੇ ਆ, ਉਹਨੂੰ ਮੈਂ ਪੜ੍ਹਨਾ ਕਿਵੇਂ ਸਿਖਾਇਆ। ਇਸ ਕਿਤਾਬ ਦੇ ਵਿੱਚ 25 ਸਟੋਰੀਜ਼ ਨੇ। ਠੀਕ ਹੈ। ਇਸ ਸਟੋਰੀ ਦੇ ਵਿੱਚ ਉਹ ਦੱਸਦੀ ਹੈ ਕਿ ਮੈਂ ਕਿਵੇਂ ਜੋਬ ਲਈ ਅਪਲਾਈ ਕੀਤਾ, ਜਿੱਥੇ ਲਿਖਿਆ ਸੀ ਕਿ ਇਕੱਲੇ ਮੇਲ ਮੈਂਬਰਸ ਅਪਲਾਈ ਕਰ ਸਕਦੇ ਨੇ, ਔਰ ਲੋਕਾਂ ਦੇ ਅੰਦਰ ਕਿਵੇਂ ਭੇਦਭਾਵ ਭਰਿਆ ਹੋਇਆ ਹੈ ਕਿ ਉੱਥੇ ਕਲੀਅਰਲੀ ਜੋਬ 'ਤੇ ਲਿਖਿਆ ਸੀ ਕਿ ਲੇਡੀਜ਼ ਨੀਡ ਨਾਟ ਟੂ ਅਪਲਾਈ, ਵੀ ਲੇਡੀਜ਼ ਅਪਲਾਈ ਹੀ ਨਹੀਂ ਕਰ ਸਕਦੀਆਂ। ਅਤੇ ਸੁਧਾ ਮੂਰਤੀ ਨੇ ਉੱਥੇ ਜਾ ਕੇ ਇੱਕ ਚਿੱਠੀ ਲਿਖੀ JRD ਟਾਟਾ ਨੂੰ, ਜਿਹੜਾ ਉਸ ਕੰਪਨੀ ਦਾ ਇੰਚਾਰਜ ਸੀਗਾ, ਅਤੇ ਕਿਸ ਤਰ੍ਹਾਂ ਜਿਹੜੀ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਲੋਕਾਂ ਦੇ ਅਗੇਂਸਟ, ਔਰਤਾਂ ਦੇ ਅਗੇਂਸਟ, ਉਸ ਚੀਜ਼ ਨੂੰ ਖ਼ਤਮ ਕੀਤਾ। ਉਹ ਹੈਰਾਨ ਸੀਗੀ ਕਿ ਉਹਨੂੰ ਇੰਟਰਵਿਊ 'ਤੇ ਬੁਲਾਇਆ ਗਿਆ। ਇੰਟਰਵਿਊ 'ਤੇ ਬੁਲਾਉਣ ਤੋਂ ਬਾਅਦ ਸਟੋਰੀ ਦੇ ਵਿੱਚ ਕੀ ਹੁੰਦਾ ਉਹ ਅਸੀਂ ਪੂਰੀ ਤਰ੍ਹਾਂ ਪੜ੍ਹਾਂਗੇ। ਹੁਣ ਮੈਂ ਬਾਕੀ ਦੀ ਪੂਰੀ ਸਟੋਰੀ ਤੁਹਾਨੂੰ ਪੜ੍ਹ ਕੇ ਦੱਸਾਂਗੀ, ਅਤੇ ਜਿਹੜੇ ਇਹਦੇ 'ਚ ਡਿਫੀਕਲਟ ਵਰਡਸ ਨੇ ਉਹਨਾਂ ਦੇ ਮੀਨਿੰਗਸ ਮੈਂ ਤੁਹਾਨੂੰ ਬਾਅਦ 'ਚ ਲਿਖ ਕੇ ਭੇਜ ਦਾਂਗੀ। ਬਟ ਜਦੋਂ ਇਹ ਵੀਡੀਓ ਦੇਖ ਰਹੇ ਹੋ ਉਸ ਆਡੀਓ ਨੂੰ ਨਾਲ ਕੰਨਾਂ 'ਤੇ ਲਗਾ ਕੇ ਨਾਲ ਆਪਣੀ ਬੁੱਕ ਅੱਗੇ ਰੱਖ ਕੇ ਵੀ ਪੜ੍ਹ ਲਓਗੇ ਅਤੇ ਹੋਰ ਤੁਹਾਨੂੰ ਵਧੀਆ ਸਮਝ ਆ ਜਾਏਗਾ। ਚਲੋ ਅੱਗੋਂ ਸਟੋਰੀ ਸ਼ੁਰੂ ਕਰਦੇ ਹਾਂ। ਹੁਣ ਅਸੀਂ ਸਟੋਰੀ ਸ਼ੁਰੂ ਕਰਦੇ ਹਾਂ। It was a long time I was bright and young, bold and idealistic. ਕਹਿੰਦੀ ਬਹੁਤ ਸਮੇਂ ਪਹਿਲੇ ਮੈਂ ਜਵਾਨ ਸੀ। ਯੰਗ ਦਾ ਮਤਲਬ ਜਵਾਨ, ਬ੍ਰਾਈਟ ਮੀਨਸ ਇੰਟੈਲੀਜੈਂਟ, ਬੋਲਡ ਮੀਨਸ ਹਰ ਗੱਲ ਨੂੰ ਮੂੰਹ 'ਤੇ ਕਹਿਣ ਵਾਲੀ, ਅਤੇ ਆਈਡੀਅਲਿਸਟਿਕ ਮੀਨਸ ਜਿਹੜਾ ਹਰ ਗੱਲ ਨੂੰ ਸਹੀ ਤਰੀਕੇ ਚੱਲਦਾ ਹੋਏ। ਸੋ ਆਈ ਵਾਜ਼ ਆਈਡੀਅਲਿਸਟਿਕ ਸੀ, ਬੋਲਡ ਸੀ, ਯੰਗ ਸੀ ਅਤੇ ਬ੍ਰਾਈਟ ਸੀ। ਸੁਧਾ ਮੂਰਤੀ ਆਪਣੇ ਬਾਰੇ ਕਹਿ ਰਹੀ ਹੈ ਜਿਹੜੀ ਰਾਈਟਰ ਹੈ। ਆਈ ਵਾਜ਼ ਦ ਫਾਈਨਲ ਈਅਰ ਆਫ master's course in computer science at Indian Institute of Sciences in Bangalore, then known as Tata Institute. ਕਹਿੰਦੀ ਮੈਂ ਲਾਸਟ ਈਅਰ 'ਚ ਸੀ ਆਪਣੇ ਮਾਸਟਰ ਕੋਰਸ। ਮਾਸਟਰ ਕਹਿੰਦੇ ਨੇ ਪੋਸਟ ਗ੍ਰੈਜੂਏਸ਼ਨ ਨੂੰ। ਪਹਿਲੇ +2 ਹੁੰਦੀ ਹੈ, +2 ਤੋਂ ਬਾਅਦ ਗ੍ਰੈਜੂਏਸ਼ਨ ਹੁੰਦੀ ਹੈ 3 ਸਾਲ ਦੀ, ਫਿਰ 2 ਸਾਲ ਦੀ ਪੋਸਟ ਗ੍ਰੈਜੂਏਸ਼ਨ ਹੁੰਦੀ ਹੈ, ਉਹਨੂੰ ਮਾਸਟਰਸ ਡਿਗਰੀ ਕਹਿੰਦੇ ਆ। ਮੈਂ ਆਪਣੀ ਮਾਸਟਰਸ ਡਿਗਰੀ ਕਰਨ ਜਿਹੜੀ ਕਿ ਕੰਪਿਊਟਰ ਸਾਇੰਸ 'ਚ ਸੀ, ਇੰਡੀਅਨ ਇੰਸਟੀਚਿਊਟ ਆਫ ਸਾਇੰਸ ਜਿਹਨੂੰ IISC ਕਹਿੰਦੇ ਨੇ, ਬੈਂਗਲੌਰ 'ਚ ਗਈ, ਜਿਹਨੂੰ ਕਿ ਉਦੋਂ ਟਾਟਾ ਇੰਸਟੀਚਿਊਟ ਕਹਿੰਦੇ ਸੀ। ਲਾਈਫ ਵਾਜ਼ ਫੁੱਲ ਆਫ ਫਨ ਐਂਡ ਜੋਏ। ਜ਼ਿੰਦਗੀ ਬਹੁਤ ਮਜ਼ੇਦਾਰ ਸੀ, ਫਨ ਨਾਲ ਭਰੀ ਸੀ, ਇੰਜੋਏਮੈਂਟ ਨਾਲ ਭਰੀ ਸੀ। ਆਈ ਡਿਡਨਟ ਨੋ ਵਾਟ ਹੈਲਪਨੈਸ ਔਰ ਇਨਜਸਟਿਸ ਮੀਨ। ਉਹ ਕਹਿ ਰਹੀ ਹੈ ਕਿ ਮੈਨੂੰ ਨਹੀਂ ਸੀ ਪਤਾ ਕਿ ਵਿਚਾਰਗੀ ਜਾਂ ਜਿਹਨੂੰ ਕਹਿੰਦੇ ਇਨਡਿਵੀਜ਼ਨ, ਇਨਜਸਟਿਸ ਜਿਹਦੇ ਨਾਲ ਹੁੰਦਾ ਉਹਦਾ ਕੀ ਮਤਲਬ ਹੁੰਦਾ। ਇਟ ਵਾਜ਼ ਪ੍ਰੋਬੇਬਲੀ ਦ April ਆਫ 1974। 1974 ਦੀ ਸ਼ਾਇਦ April ਸੀ। ਬੈਂਗਲੌਰ ਵਾਜ਼ ਗੈਟਿੰਗ ਵਾਰਮ। ਬੈਂਗਲੌਰ 'ਚ ਗਰਮੀ ਸ਼ੁਰੂ ਹੋ ਚੁੱਕੀ ਸੀ। ਐਂਡ ਗੁਲਮੋਹਰਸ ਵਰ ਬਲੂਮਿੰਗ ਐਟ IISC ਕੈਂਪਸ। ਗੁਲਮੋਹਰ ਦੇ ਬੇਟਾ ਪਲਾਂਟ ਹੁੰਦਾ ਜਿਹਦੇ 'ਚ ਲਾਲ ਲਾਲ ਜਿਹੇ ਫੁੱਲ ਲੱਗਦੇ ਆ, ਉੱਚਾ ਜਿਹਾ ਪੇੜ ਹੁੰਦਾ। ਉਹ ਕਹਿ ਰਹੇ ਉਹਦੇ ਫੁੱਲ IISC ਕੈਂਪਸ, ਜਿਹੜਾ ਇੰਡੀਅਨ ਇੰਸਟੀਚਿਊਟ ਆਫ ਸਾਇੰਸਿਸ ਕਹਿ ਰਹੀ ਸੀ ਬੈਂਗਲੌਰ, ਉੱਥੇ ਖਿੜ ਚੁੱਕੇ ਸੀ। ਆਈ ਵਾਜ਼ ਦੀ ਓਨਲੀ ਗਰਲ ਇਨ ਮਾਈ ਪੋਸਟ ਗ੍ਰੈਜੂਏਟ ਡਿਪਾਰਟਮੈਂਟ। ਮੈਂ ਆਪਣੀ ਜਿਹੜੀ MSc ਕਰ ਰਹੀ ਸੀ ਉਹਦੇ 'ਚ ਮੈਂ ਇਕੱਲੀ ਕੁੜੀ ਸੀਗੀ। ਐਂਡ ਵਾਜ਼ ਸਟੇਇੰਗ ਐਟ ਲੇਡੀਜ਼ ਹੋਸਟਲ। ਔਰ ਮੈਂ ਲੇਡੀਜ਼ ਹੋਸਟਲ 'ਚ, ਕੁੜੀਆਂ ਦੇ ਹੋਸਟਲ 'ਚ ਰਹਿ ਰਹੀ ਸੀ।
Others girls were pursuing research in different department of sciences. ਬਾਕੀ ਕੁੜੀਆਂ ਜਿਹੜੀਆਂ ਹੋਸਟਲ 'ਚ ਰਹਿੰਦੀਆਂ ਸੀਗੀਆਂ ਉਹ ਹੋਰ ਡਿਪਾਰਟਮੈਂਟਸ ਦੇ ਵਿੱਚ ਸਾਇੰਸ ਦੇ ਹੋਰ ਡਿਪਾਰਟਮੈਂਟ ਦੇ ਵਿੱਚ ਰਿਸਰਚ ਕਰ ਰਹੀਆਂ ਸੀ। ਇਹਦੇ ਕਹਿਣ ਦਾ ਮਤਲਬ ਹੈ ਜਿਹੜੀ ਹੈ ਕੰਪਿਊਟਰ ਸਾਇੰਸ ਪੜ੍ਹ ਰਹੀ ਸੀ ਉਹਦੇ 'ਚ ਬਾਕੀ ਸਾਰੇ ਮੁੰਡੇ ਸੀ, ਇਹ ਇਕੱਲੀ ਕੁੜੀ ਸੀਗੀ। I was looking forward to going abroad to complete the doctorate in computer science. ਇਹਦਾ ਅੱਗੋਂ ਡ੍ਰੀਮ ਕੀ ਸੀ? ਕਹਿੰਦੀ ਹੈ ਮੈਂ ਸੋਚ ਰਹੀ ਸੀ ਕਿ ਮੈਂ ਇਹ ਡਿਗਰੀ ਕਰਕੇ ਫੋਰਨ ਕੰਟਰੀ ਚਲ ਜਾਵਾਂਗੀ ਜਿੱਥੇ ਜਾ ਕੇ ਮੈਂ ਡਾਕਟਰੇਟ ਕਰਾਂਗੀ ਕੰਪਿਊਟਰ ਸਾਇੰਸ। ਡਾਕਟਰੇਟ ਹੁੰਦੀ ਹੈ PhD। I had been offered scholarship from university in US. ਕਹਿੰਦੀ ਮੈਨੂੰ ਵਜ਼ੀਫਾ ਮਿਲ ਗਿਆ ਸੀ US ਦੀ। US is United States of America। ਉੱਥੇ ਦੀ ਯੂਨੀਵਰਸਿਟੀ ਤੋਂ ਵਜ਼ੀਫਾ ਮਿਲ ਚੁੱਕਾ ਸੀ। I had not thought of taking up job in India। ਸੋ ਕਿਉਂਕਿ ਉਹਨੂੰ ਵਜ਼ੀਫੇ ਦੀ ਆਫਰ ਆ ਚੁੱਕੀ ਸੀ ਸੋ ਉਹਨੇ ਹਿੰਦੁਸਤਾਨ ਦੇ ਵਿੱਚ ਨੌਕਰੀ ਕਰਨ ਦਾ ਨਹੀਂ ਸੋਚਿਆ ਸੀ। One day while on the way to my hostel from our lecture hall complex, I saw an advertisement on the notice board। ਇੱਕ ਦਿਨ ਕਹਿੰਦੀ ਹੈ on the way to my hostel from the lecture hall complex। ਜਦੋਂ ਉਹ ਲੈਕਚਰ ਹਾਲ ਕੰਪਲੈਕਸ ਤੋਂ ਆਪਣੇ ਹੋਸਟਲ ਜਾ ਰਹੀ ਸੀ ਉਹਨੇ ਇੱਕ ਨੋਟਿਸ ਬੋਰਡ ਦੇ ਉੱਪਰ ਇੱਕ ਐਡਵਰਟੀਜ਼ਮੈਂਟ ਮੀਨ ਮਸ਼ਹੂਰੀ ਲੱਗੀ ਦੇਖੀ, ਇੱਕ ਪੈਂਫਲੇਟ ਲੱਗਿਆ ਹੋਏਗਾ, ਕੁਝ ਲਿਖਿਆ ਹੋਇਆ। ਇਟ ਵਾਜ਼ ਅ ਸਟੈਂਡਰਡ ਜੋਬ ਰਿਕੁਆਇਰਮੈਂਟ ਨੋਟਿਸ ਫਰੋਮ ਦੀ ਫੇਮਸ ਆਟੋਮੋਬਾਈਲ ਕੰਪਨੀ ਟੈਲਕੋ। ਕਹਿੰਦੀ ਇਹ ਨਾ ਇੱਕ ਰੈਗੂਲਰ ਜੋਬ ਰਿਕੁਆਇਰਮੈਂਟ ਨੋਟਿਸ ਸੀ, ਵੀ ਨੌਕਰੀ ਲਈ ਇਸ਼ਤਿਹਾਰ ਸੀ। ਕਿਹੜੀ ਕੰਪਨੀ ਵੱਲੋਂ? ਇੱਕ ਆਟੋਮੋਬਾਈਲ ਕੰਪਨੀ। ਆਟੋਮੋਬਾਈਲ ਕੰਪਨੀ ਦਾ ਮਤਲਬ ਹੁੰਦਾ ਜਿਹੜੀ ਗੱਡੀਆਂ ਸਕੂਟਰ ਬਣਾਉਂਦੀ ਹੈ। ਜਿਹੜਾ ਮੋਬਾਈਲ ਵਰਡ ਹੈ, ਮੋਬਾਈਲ ਦਾ ਮਤਲਬ ਹੁੰਦਾ ਮੂਵਿੰਗ। ਸੋ ਆਟੋਮੋਬਾਈਲ ਦਾ ਮਤਲਬ ਹੈ ਜਿਹੜੇ ਵੀ ਸਕੂਟਰ ਕਾਰਾਂ ਸਾਡੀਆਂ ਚੱਲਦੀਆਂ ਉਹ ਬਣਾਉਣ ਵਾਲੀ ਕੰਪਨੀ, ਜਿਹੜੀ ਉਦੋਂ ਉਹਦਾ ਨਾਮ ਸੀ ਟੈਲਕੋ, ਹੁਣ ਉਹਦਾ ਨਾਮ ਹੈ ਟਾਟਾ ਮੋਟਰਸ। ਟਾਟਾ ਦੀਆਂ ਬੜੀਆਂ ਗੱਡੀਆਂ ਆਉਂਦੀਆਂ ਹੁਣ ਵੀ। ਇਟ ਸਟੇਟਡ ਦੈਟ ਦ ਕੰਪਨੀ ਰਿਕੁਆਇਰਡ ਯੰਗ ਬ੍ਰਾਈਟ ਇੰਜੀਨੀਅਰਸ ਹਾਰਡਵਰਕਿੰਗ ਐਂਡ ਵਿਦ ਐਕਸਲੈਂਟ ਐਕੈਡੈਮਿਕ ਬੈਕਗਰਾਊਂਡ ਐਟਸੈਟਰਾ। ਉਹਦੇ ਐਡ ਵਿੱਚ ਕੀ ਲਿਖਿਆ ਸੀ ਕਿ ਕੰਪਨੀ ਨੂੰ ਜਵਾਨ ਇੰਟੈਲੀਜੈਂਟ ਇੰਜੀਨੀਅਰਸ ਦੀ ਲੋੜ ਹੈ ਜਿਹੜੇ ਹਾਰਡ ਵਰਕਿੰਗ ਮਤਲਬ ਮਿਹਨਤੀ ਹੋਣ ਅਤੇ ਐਕਸਲੈਂਟ ਐਕੈਡੈਮਿਕ ਬੈਕਗਰਾਊਂਡ ਵੀ ਹੋਵੇ, ਮਤਲਬ ਉਹਨਾਂ ਦੇ ਨੰਬਰ ਵੀ ਬਹੁਤ ਵਧੀਆ ਆਏ ਹੋਣੇ ਚਾਹੀਦੇ। ਐਟ ਦੀ ਬੋਟਮ ਹੋਰ ਵੀ ਬੜਾ ਕੁਛ ਲਿਖਿਆ ਸੀ, ਐਟਸੈਟਰਾ ਲਿਖਿਆ ਨਾ ਇਹਨੇ। ਐਟ ਦੀ ਬੋਟਮ ਵਾਜ਼ ਅ ਸਮੋਲ ਲਾਈਨ। ਅਖੀਰ 'ਚ ਥੱਲੇ ਇੱਕ ਛੋਟੀ ਜਿਹੀ ਲਾਈਨ ਲਿਖੀ ਸੀ, ਲੇਡੀ ਕੈਂਡੀਡੇਟਸ ਨੀਡ ਨਾਟ ਅਪਲਾਈ। ਮਤਲਬ ਕੁੜੀਆਂ ਅਪਲਾਈ ਨਹੀਂ ਕਰ ਸਕਦੀਆਂ। ਆਈ ਰੈਡ ਇਟ ਐਂਡ ਵਾਜ਼ ਵੈਰੀ ਅਪਸੈਟ। ਮੈਂ ਇਹਨੂੰ ਪੜ੍ਹਿਆ ਅਤੇ ਮੈਂ ਬਹੁਤ ਅਪਸੈਟ ਸੀ। ਅੱਛਾ ਬੇਟਾ, ਜਦੋਂ ਫਸਟ ਫਾਰਮ ਹੁੰਦੀ ਹੈ ਅਸੀਂ ਵਰਡ ਯੂਜ਼ ਕਰਦੇ ਹਾਂ READ, ਸਪੈਲਿੰਗ ਸੇਮ ਹੁੰਦੇ ਆ। ਅਸੀਂ ਵਰਡ ਯੂਜ਼ ਕਰਦੇ ਹਾਂ ਰੀਡ। ਜਦੋਂ ਇਹ ਪਾਸਟ ਚਲਾ ਗਿਆ, ਹੁਣ ਉਹ ਪੁਰਾਣੀ ਗੱਲ ਕਰ ਰਹੀ ਹੈ ਨਾ, ਤਾਂ ਹੁਣ ਉਹਨੂੰ ਰੈਡ ਪੜ੍ਹਨਾ ਰੈਡ ਹੈ, ਸਪੈਲਿੰਗ READ ਹੋਈ ਆਏਗਾ। ਤਾਂ ਕਰਕੇ ਮੈਂ ਪੜ੍ਹਿਆ ਕਿ ਆਈ ਰੈਡ ਇਟ ਐਂਡ ਵਾਜ਼ ਵੈਰੀ ਅਪਸੈਟ, ਵੀ ਮੈਂ ਇਹਨੂੰ ਪੜ੍ਹਿਆ ਅਤੇ ਮੈਂ ਬੜੀ ਪਰੇਸ਼ਾਨ ਸੀ। ਫॉर द फर्स्ट टाइम इन लाइफ आई वॉज अप अगेंस्ट जेंडर डिस्क्रिमिनेशन। ਜ਼ਿੰਦਗੀ 'ਚ ਮੈਨੂੰ ਪਹਿਲੀ ਵਾਰੀ ਆਪਣੇ ਆਪ 'ਚ ਲੱਗਿਆ ਕਿ ਆ ਜਿਹੜਾ ਜੈਂਡਰ ਦੇ ਆਧਾਰ 'ਤੇ ਭੇਦਭਾਵ ਹੋ ਰਿਹਾ ਉਹ ਗਲਤ ਹੈ। ਆਈ ਵॉज ਅਪ ਅਗੇਂਸਟ ਦਾ ਮਤਲਬ ਹੈ ਕਿ ਮੈਂ ਉੱਠ ਕੇ ਖੜੀ ਹੋਈ ਇਹਦੇ ਅਗੇਂਸਟ, ਵੀ ਮੈਨੂੰ ਬੁਰਾ ਲੱਗਿਆ ਕਿ ਇਹ ਗਲਤ ਹੈ ਜਿਹੜਾ ਜੈਂਡਰ ਦੇ ਆਧਾਰ 'ਤੇ ਜਿਹੜਾ ਕੁੜੀਆਂ ਮੁੰਡਿਆਂ 'ਚ ਫ਼ਰਕ ਕੀਤਾ ਜਾਂਦਾ ਉਹ ਗਲਤ ਹੈ। Though I was not keen on taking up the job, I saw it as a challenge। ਕਿਉਂਕਿ ਪਹਿਲੇ ਦੱਸ ਚੁੱਕੀ ਸੀ, ਕਹਿੰਦੀ ਹੈ ਮੈਂ ਨੌਕਰੀ ਨਹੀਂ ਸੀ ਕਰਨਾ ਚਾਹੁੰਦੀ। ਕੀਨ ਦਾ ਮਤਲਬ ਹੁੰਦਾ ਇੰਟਰਸਟਿਡ। ਮੈਨੂੰ ਇਹ ਚੈਲੰਜ ਲੱਗਿਆ। I had done extremely well in academics, better than most of my male peers। peers ਦਾ ਮਤਲਬ ਹੁੰਦਾ ਸਾਥੀ। ਕਹਿੰਦੀ ਮਤਲਬ ਮੈਂ ਨੰਬਰ ਵੀ ਮੇਰੇ ਆਪਣੇ ਕਲਾਸ ਦੇ ਬਹੁਤ ਸਾਰੇ ਮੇਲ ਮੈਂਬਰਸ ਨਾਲੋਂ ਜ਼ਿਆਦਾ ਸੀਗੇ। Little did I know then that the real life academic excellence is not enough to be successful। ਕਹਿੰਦੀ ਹੁਣ ਮੈਨੂੰ ਸਮਝ ਆਉਣ ਲੱਗਿਆ ਕਿ ਜ਼ਿੰਦਗੀ ਦੀ ਅਸਲੀ ਜਿਹੜੀ ਸਕਸੈਸ ਹੈ ਉਹ ਇਕੱਲੀ ਨੰਬਰਾਂ ਦੇ ਨਾਲ ਨਹੀਂ ਹੈ। ਆਫਟਰ ਰੀਡਿੰਗ ਦੀ ਨੋਟਿਸ ਆਈ ਵੈਂਟ ਫਿਊਮਿੰਗ ਟੂ ਮਾਈ ਰੂਮ। ਫਿਊਮਿੰਗ ਦਾ ਮਤਲਬ ਹੁੰਦਾ ਗੁੱਸੇ 'ਚ, ਮਤਲਬ ਬਹੁਤ ਗੁੱਸੇ 'ਚ, ਕਿ ਮੈਂ ਨੋਟਿਸ ਪੜ੍ਹ ਕੇ ਬਹੁਤ ਗੁੱਸੇ 'ਚ ਮੈਂ ਆਪਣੇ ਕਮਰੇ 'ਚ ਗਈ। ਆਈ ਡਿਸਾਈਡਿਡ ਟੂ ਇਨਫੋਰਮ the topmost person in Talco's management about the injustice the company was perpetrating।
ਕਹਿੰਦੀ ਮੈਂ ਡਿਸਾਈਡ ਕਰ ਲਿਆ ਕਿ ਮੈਂ ਟੈਲਕੋ ਮੈਨੇਜਮੈਂਟ ਕੰਪਨੀ ਆ ਜਿਹੜੀ ਉਹਦਾ ਸਭ ਤੋਂ ਉੱਪਰ ਜਿਹੜਾ ਬੰਦਾ ਹੋਏਗਾ ਨਾ ਉਹਨੂੰ ਦੱਸਾਂਗੀ ਕਿ ਇਹ ਕੰਪਨੀ ਜਿਹੜੀ ਕਰ ਰਹੀ ਹੈ ਇਹ ਜੋ ਗਲਤ ਕਰ ਰਹੀ ਹੈ ਉਹਦੇ ਬਾਰੇ ਮੈਂ ਇਨਫੋਰਮ ਕਰ ਦਾਂਗੀ। ਆਈ ਗੋਟ ਅ ਪੋਸਟ ਕਾਰਡ ਐਂਡ ਸਟਾਰਟਿਡ ਟੂ ਰਾਈਟ। ਮੈਂ ਇੱਕ ਕਾਰਡ ਲੈ ਲਿਆ। ਪੁਰਾਣੇ ਜ਼ਮਾਨੇ 'ਚ ਬੇਟਾ ਚਿੱਠੀ ਜਿਹੜੀ ਹੈ ਨਾ ਇੱਕ ਪੋਸਟ ਕਾਰਡ ਹੁੰਦਾ ਸੀ, ਉਹ ਉਹਦੇ ਉੱਤੇ ਟਿਕਟ ਲੱਗੀ ਹੋਈ ਹੁੰਦੀ ਸੀ, ਸਿਰਫ ਉੱਤੇ ਲਿਖ ਕੇ ਤੇ ਪੋਸਟ ਕਰ ਦਿੱਤਾ ਸੀ। ਐਂਡ ਸਟਾਰਟਿਡ ਟੂ ਰਾਈਟ ਤੇ ਲਿਖਣਾ ਸ਼ੁਰੂ ਕਰਤਾ। ਬਟ ਦੇयर ਵਾਜ਼ ਅ ਪ੍ਰੋਬਲਮ। ਇੱਕ ਕੋਈ ਮੁਸ਼ਕਿਲ ਸੀ ਕਿ ਮੈਨੂੰ ਪਤਾ ਨਹੀਂ ਸੀ ਕਿ ਹੈਡ ਕੌਣ ਹੈ। ਆਈ ਡਿਡਨਟ ਨੋ ਹੂ ਹੈਡਡ ਟੈਲਕੋ। ਟੈਲਕੋ ਦਾ ਹੈਡ ਕੌਣ ਹੈ ਮੈਨੂੰ ਨਹੀਂ ਸੀ ਪਤਾ। ਆਈ ਥੋਟ ਇਟ ਮਸਟ ਬੀ ਵਨ ਆਫ ਟਾਟਾਜ਼। ਮੈਨੂੰ ਲੱਗਾ ਕਿ ਕਿਉਂਕਿ ਟਾਟਾ ਕੰਪਨੀ ਹੈ ਅਤੇ ਉਹ ਟਾਟਾਜ਼ ਦੀ ਫੈਮਿਲੀ 'ਚੋਂ ਹੀ ਕੋਈ ਹੋਏਗਾ। ਆਈ ਨਿਊ JRD ਟਾਟਾ ਵਾਜ਼ ਦੀ ਹੈਡ ਆਫ ਦੀ ਗਰੁੱਪ ਟਾਟਾ। ਕਿ ਮੈਨੂੰ ਲੱਗਦਾ ਸੀਗਾ ਕਿ ਵੀ JRD ਟਾਟਾ ਜਿਹੜਾ ਹੈ ਉਹ ਟਾਟਾ ਗਰੁੱਪ ਦਾ ਹੈਡ ਹੈ। ਆਈ ਹੈਡ ਸੀਨ ਹਿਜ਼ ਪਿਕਚਰਸ ਇਨ ਨਿਊਜ਼ਪੇਪਰਸ। ਮੈਂ ਉਹਦੀਆਂ ਨਿਊਜ਼ਪੇਪਰ 'ਚ ਫੋਟੋਆਂ ਦੇਖੀਆਂ ਸੀ। ਐਕਚੁਅਲੀ ਸੁਮੰਤ ਮੂਲਗਾਓਂਕਰ ਵਾਜ਼ ਦ ਕੰਪਨੀਜ਼ ਚੇਅਰਮੈਨ ਦੈਨ। ਉਹਨੂੰ ਪਤਾ ਨਹੀਂ ਸੀ, ਉਹ ਸੋਚ ਰਹੀ ਸੀ JRD ਟਾਟਾ ਹੀ ਹੈ, ਬਟ ਉਸ ਟਾਈਮ ਦੇ ਉੱਪਰ ਸੁਮੰਤ ਮੂਲਗਾਓਂਕਰ ਚੇਅਰਮੈਨ ਸੀ ਕੰਪਨੀ ਦਾ। ਆਈ ਟੁੱਕ ਦ ਕਾਰਡ, ਐਡਰੈਸਡ ਇਟ ਟੂ JRD ਐਂਡ ਸਟਾਰਟਿਡ ਰਾਈਟਿੰਗ। ਮੈਂ ਪੋਸਟ ਕਾਰਡ ਲਿਆ, JRD ਦੇ ਨਾਮ 'ਤੇ ਐਡਰੈਸ ਲਿਖਿਆ ਔਰ ਲਿਖਣਾ ਸ਼ੁਰੂ ਕਰਤਾ। ਟੂ ਦਿਸ ਆਈ ਰਿਮੈਂਬਰ ਕਲੀਅਰਲੀ ਵਟ ਆਈ ਰੋਟ। ਅੱਜ ਦੇ ਦਿਨ ਤੱਕ, ਟੂ ਦਿਸ ਡੇ ਦਾ ਮਤਲਬ ਹੁੰਦਾ ਅੱਜ ਦੇ ਦਿਨ ਤੱਕ, ਮੈਂ ਕਲੀਅਰਲੀ ਯਾਦ ਹੈ ਮੈਨੂੰ ਕਿ ਮੈਂ ਕੀ ਲਿਖਿਆ ਸੀ। ਦ ਗ੍ਰੇਟ ਟਾਟਾਜ਼ ਹੈਵ ਆਲਵੇਜ਼ ਬੀਨ ਪਾਇਨੀਅਰਸ। ਉਹ ਕਹਿੰਦੀ ਹੈ ਕਿ ਜਿਹੜੇ ਟਾਟਾਜ਼ ਨੇ ਉਹ ਦੇਸ਼ 'ਚ ਸਭ ਤੋਂ ਅੱਗੇ ਨੇ। ਦੇ ਆਰ ਦੀ ਪੀਪਲ ਹੂ ਸਟਾਰਟਿਡ ਦ ਬੇਸਿਕ ਇਨਫਰਾਸਟਰਕਚਰ ਇੰਡਸਟਰੀਜ਼ ਇਨ ਇੰਡੀਆ। ਇਹ ਉਹ ਬੰਦੇ ਨੇ ਜਿਨ੍ਹਾਂ ਨੇ ਬੇਸਿਕ ਇਨਫਰਾਸਟਰਕਚਰ ਇੰਡਸਟਰੀ ਇੰਡੀਆ 'ਚ ਲਾਈ। ਇਨਫਰਾਸਟਰਕਚਰ ਦਾ ਮਤਲਬ ਹੁੰਦਾ ਜਿਹੜੀ ਸਾਡੀਆਂ ਬੇਸਿਕ ਚੀਜ਼ਾਂ ਨੇ ਬਣਾਉਣ ਵਾਲੀਆਂ, ਸੱਚ ਐਸ ਆਇਰਨ, ਲੋਹਾ ਐਂਡ ਸਟੀਲ, ਕੈਮੀਕਲਸ, ਟੈਕਸਟਾਈਲ ਮੀਨਸ ਕੱਪੜੇ ਦੀ, ਐਂਡ ਲੋਕੋਮੋਟਿਵਸ ਮੀਨਸ ਇਹ ਸਕੂਟਰ ਗੱਡੀਆਂ। ਦੇ ਹੈਵ ਕੇਅਰਡ ਫॉर ਹਾਇਰ ਐਜੂਕੇਸ਼ਨ ਇਨ ਇੰਡੀਆ ਸਿੰਸ 1900। ਉਹਨਾਂ ਨੇ ਦੇਸ਼ 'ਚ ਜਿਹੜੀ ਉੱਚੀ ਸਿੱਖਿਆ ਹੈ ਮਤਲਬ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ 1900 ਤੋਂ ਉਹਦਾ ਧਿਆਨ ਰੱਖਿਆ। ਦੇ ਵਰ ਰਿਸਪੋਂਸੀਬਲ ਫॉर ਦੀ ਇਸਟੈਬਲਿਸ਼ਮੈਂਟ ਆਫ ਇੰਡੀਅਨ ਇੰਸਟੀਟਿਊਟ ਆਫ ਸਾਇੰਸ। ਕਿ ਟਾਟਾ ਹੀ ਰਿਸਪੋਂਸੀਬਲ ਹੈ ਕਿ ਜਿਹੜਾ ਇੰਡੀਅਨ ਇੰਸਟੀਟਿਊਟ ਆਫ ਸਾਇੰਸ ਜਿੱਥੇ ਉਹ ਪੜ੍ਹਦੀ ਹੈ ਉਹ ਬਣਿਆ। ਫੋਰਚੂਨੇਟਲੀ ਆਈ ਸਟੱਡੀ ਦੇਅਰ। ਉਹ ਕਹਿੰਦੀ ਹੈ ਕਿਸਮਤ ਨਾਲ ਮੈਂ ਉੱਥੇ ਪੜ੍ਹਦੀ ਹਾਂ। ਬਟ ਆਈ ਐਮ ਸਰਪ੍ਰਾਈਜ਼ਡ ਹਾਊ ਅ ਕੰਪਨੀ ਸਚ ਐਸ ਟੈਲਕੋ ਇਜ਼ ਡਿਸਕ੍ਰਿਮੀਨੇਟਿੰਗ ਔਨ ਦੀ ਬੇਸਿਸ ਆਫ ਜੈਂਡਰ। ਪਰ ਕਹਿੰਦੀ ਮੈਂ ਹੈਰਾਨ ਹਾਂ ਕਿ ਟੈਲਕੋ ਵਰਗੀ ਕੰਪਨੀ ਜੈਂਡਰ ਦੇ ਉੱਤੇ ਕਰ ਰਹੀ ਹੈ ਡਿਸਕ੍ਰਿਮੀਨੇਟ, ਮਤਲਬ ਭੇਦਭਾਵ ਕਰ ਰਹੀ ਹੈ ਕਿ ਕੋਈ ਕੁੜੀ ਹੈ ਕੋਈ ਮੁੰਡਾ ਹੈ ਉਸ ਹਿਸਾਬ ਨਾਲ ਨੌਕਰੀ ਦੇਵੇਗੀ। ਆਈ ਪੋਸਟਡ ਦੀ ਲੈਟਰ ਐਂਡ ਫੋਰਗੋਟ ਅਬਾਊਟ ਇਟ। ਮੈਂ ਚਿੱਠੀ ਪਾ ਦਿੱਤੀ ਅਤੇ ਮੈਂ ਭੁੱਲ ਗਈ। ਲੈਸਰ ਦੈਨ 10 days later I received a telegram। 10 ਦਿਨ ਬਾਅਦ, less than 10 days later I received the telegram stating that I had to appear for an interview at Telco's Pune office at company's expense। 10 ਦਿਨਾਂ ਦੇ ਅੰਦਰ ਹੀ ਮੈਨੂੰ ਇੱਕ ਤਾਰ ਆਇਆ, ਟੈਲੀਗ੍ਰਾਮ ਮੀਨਸ ਤਾਰ, ਜਿਹਦੇ ਵਿੱਚ ਕਿਹਾ ਗਿਆ ਸੀ ਕਿ ਮੈਂ ਇੱਕ ਇੰਟਰਵਿਊ 'ਚ ਜਾਣਾ ਟੈਲਕੋ ਪੁਣੇ ਆਫਿਸ 'ਚ, ਉਹ ਵੀ ਕੰਪਨੀ ਦੇ ਖਰਚੇ 'ਤੇ। ਆਈ ਵਾਜ਼ ਟੇਕਨ ਅਬੈਕ ਬਾਈ ਟੈਲੀਗ੍ਰਾਮ। ਟੇਕਨ ਅਬੈਕ ਦਾ ਮਤਲਬ ਹੁੰਦਾ ਹੈਰਾਨ ਪਰੇਸ਼ਾਨ ਹੋਣਾ। ਮੈਂ ਬਹੁਤ ਹੈਰਾਨ ਪਰੇਸ਼ਾਨ ਹੋ ਗਈ ਟੈਲੀਗ੍ਰਾਮ ਦੇਖ ਕੇ। ਮਾਈ ਹੋਸਟਲਮੇਟ ਸੈਡ told me that I should go the opportunity to go to Pune free of cost and buy them the famous sarees for cheap। ਮੇਰੀਆਂ ਜਿਹੜੀਆਂ ਸਾਥੀ ਸੀਗੀਆਂ ਹੋਸਟਲ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੈਨੂੰ ਇਹ ਓਪਰਚੁਨਿਟੀ, ਇਹ ਮੌਕਾ ਗਵਾਉਣਾ ਨਹੀਂ ਚਾਹੀਦਾ ਪੁਣੇ ਫ੍ਰੀ ਜਾਣ ਦਾ, ਅਤੇ ਪੁਣੇ ਦੀਆਂ ਜਿਹੜੀਆਂ ਮਸ਼ਹੂਰ ਸਸਤੀਆਂ ਸਾੜੀਆਂ ਨੇ ਉਹ ਉਹਨਾਂ ਲਈ ਲੈ ਕੇ ਆਉਣ ਲਈ ਕਿਹਾ। ਆਈ ਕਲੈਕਟਿਡ 30 rupees ਫਰੋਮ ਐਵਰੀਵਨ ਹੂ ਵਾਂਟਿਡ ਅ ਸਾੜੀ। ਮੈਂ ਜਿਨ੍ਹਾਂ ਨੂੰ ਸਾੜੀ ਚਾਹੀਦੀ ਸੀ ਉਹਨਾਂ ਕੋਲ 30 ਰੁਪਏ ਇਕੱਠੇ ਕੀਤੇ। ਵੈਨ ਆਈ ਲੁੱਕ ਬੈਕ ਆਈ ਫੀਲ ਲਾਈਕ ਲਾਫਿੰਗ ਐਟ ਦ ਰੀਜ਼ਨ ਫॉर ਮਾਈ ਗੋਇੰਗ। ਮੈਂ ਹੁਣ ਪਿੱਛੇ ਵੇਖਦੀ ਹਾਂ ਅਤੇ ਮੈਂ ਬੜਾ ਹੱਸਦੀ ਹਾਂ ਕਿ ਮੈਂ ਗਈ ਕੀ ਕਰਨ ਆ, ਇੰਟਰਵਿਊ ਦੇਣਾ ਹੀ ਸੀ ਅਤੇ ਉਹਦੀ ਬਜਾਏ ਮੈਂ 30 ਰੁਪਏ ਇਕੱਠੇ ਕਰਕੇ ਸਾੜੀਆਂ ਲੈਣ ਚੱਲੀ ਹਾਂ। ਬਟ ਬੈਕ ਦੈਨ ਦੇ ਸੀਮਡ ਗੁੱਡ ਇਨਫ ਟੂ ਮੇਕ ਦ ਟ੍ਰਿਪ। ਬਟ ਉਸ ਟਾਈਮ ਮੈਨੂੰ ਲੱਗ ਰਿਹਾ ਸੀ ਕਿ ਟ੍ਰਿਪ 'ਤੇ ਜਾਣ ਲਈ ਬਹੁਤ ਵਧੀਆ। ਇਟ ਵਾਜ਼ ਮਾਈ ਫਸਟ ਵਿਜ਼ਿਟ ਟੂ ਪੁਣੇ। ਮੈਂ ਪਹਿਲੀ ਵਾਰੀ ਪੁਣੇ ਗਈ ਸੀ ਐਂਡ ਆਈ ਇਮੀਡੀਏਟਲੀ ਫੈਲ ਇਨ ਲਵ ਵਿਦ ਦਿਸ ਸਿਟੀ। ਮੈਨੂੰ ਉਸ ਸ਼ਹਿਰ ਨਾਲ ਇਸੇ ਵੇਲੇ ਪਿਆਰ ਹੋ ਗਿਆ। ਬਹੁਤ ਸੋਹਣਾ ਲੱਗਾ ਹੋਏਗਾ ਨਾ ਉਹਨੂੰ ਸ਼ਹਿਰ। ਟੂ ਦਿਸ ਡੇ ਇਟ ਰਿਮੇਨਸ ਡੀਅਰ ਟੂ ਮੀ।
ਤੇ ਉਹ ਅੱਜ ਤੱਕ ਮੈਨੂੰ ਬਹੁਤ ਪਿਆਰਾ ਲੱਗਦਾ ਸ਼ਹਿਰ। ਆਈ ਫੀਲ ਐਜ਼ ਮਚ ਐਜ਼ ਐਟ ਹੋਮ ਇਨ ਪੁਣੇ ਐਜ਼ ਆਈ ਡੂ ਇਨ ਹੁਬਲੀ ਮਾਈ ਹੋਮ ਟਾਊਨ। ਜਿਵੇਂ ਮੇਰਾ ਘਰ ਹੁਬਲੀ 'ਚ ਹੈ, ਮੈਨੂੰ ਪੁਣੇ ਵੀ ਉਸੇ ਤਰ੍ਹਾਂ ਆਪਣਾ ਘਰ ਲੱਗਦਾ। ਦ ਪਲੇਸ ਇਜ਼ ਚੇਂਜਡ ਮਾਈ ਲਾਈਫ ਇਨ ਸੋ ਮੈਨੀ ਵੇਜ਼। ਇਸ ਜਗ੍ਹਾ ਨੇ ਮੇਰੀ ਜ਼ਿੰਦਗੀ ਬਹੁਤ ਤਰੀਕੇ ਬਦਲ ਦਿੱਤੀ ਹੈ। ਐਜ਼ ਡਾਇਰੈਕਟਡ I went to Telecom's Pimpri office for the interview. ਉਹ ਟੈਲੀਕੋਮ ਦੇ ਪਿੰਪਰੀ ਆਫਿਸ ਪਹੁੰਚ ਗਈ। ਦੇਰ were 6 people in the panel. ਇੰਟਰਵਿਊ ਲੈਣ ਵਾਲੇ 6 ਬੰਦੇ ਸੀਗੇ, ਜਿਨ੍ਹਾਂ ਨੇ ਉਹਦੀ ਇੰਟਰਵਿਊ ਦਾ ਪੈਨਲ ਬਣਦਾ ਜਿਹਨੂੰ ਬੋਰਡ ਕਹਿੰਦੇ ਆ, ਉਹਦੇ ਵਿੱਚ 6 ਬੰਦੇ ਸੀ। ਪਿੰਪਰੀ ਆਫਿਸ ਜਿਹੜਾ ਉਹਦਾ ਸੀਗਾ ਐਂਡ ਦਿਸ ਵਾਜ਼ ਅ ਸੀਰੀਅਸ ਬਿਜ਼ਨਸ। ਉਹ ਤਾਂ ਮਜ਼ਾਕ ਲਈ ਆਈ ਸੀ, ਬਟ ਇਹ ਸੀਰੀਅਸ ਕੰਮ ਸੀਗਾ। This is a girl who wrote to JRD. I heard somebody whisper as soon as I entered the room. ਜਿਸ ਤਰ੍ਹਾਂ ਹੀ ਮੈਂ ਕਮਰੇ 'ਚ ਵੜੀ, ਮੈਂ ਕਿਸੇ ਨੂੰ ਹੌਲੀ ਬੋਲਦੇ ਸੁਣਿਆ ਵੀ ਆਈ ਉਹ ਕੁੜੀ ਹੈ ਜਿਹਨੇ JRD ਨੂੰ ਚਿੱਠੀ ਲਿਖੀ ਹੈ। By then I knew for sure that I would not get the job. ਇਹ ਸੁਣਨ ਦੇ ਬਾਅਦ ਮੈਂ ਸ਼ੋਰ ਹੋ ਗਈ ਕਿ ਮੈਨੂੰ ਨੌਕਰੀ ਨਹੀਂ ਮਿਲਣ ਵਾਲੀ। The realization abolished all fears from my mind. ਇਹ ਰੀਅਲਾਈਜੇਸ਼ਨ ਹੋਣ ਦੇ ਕਰਕੇ ਕਿ ਮੈਨੂੰ ਨੌਕਰੀ ਤਾਂ ਮਿਲਣੀ ਨਹੀਂ, ਮੇਰੇ ਦਿਮਾਗ 'ਚੋਂ ਸਾਰੇ ਤਰ੍ਹਾਂ ਦੇ ਡਰ ਨਿਕਲ ਗਏ। ਸੋ ਆਈ ਵਾਜ਼ ਰਾਦਰ ਕੂਲ ਵਾਈਲ ਇੰਟਰਵਿਊ ਵਾਜ਼ ਬੀਂਗ ਕੰਡਕਟਡ। ਸੋ ਮੈਂ ਡਰ ਦਿਮਾਗ 'ਚੋਂ ਕੱਢ ਕੇ ਮੈਂ ਬੜੀ ਸ਼ਾਂਤ ਹੋ ਕੇ ਇੰਟਰਵਿਊ ਦੇ ਰਹੀ ਸੀ ਜਦੋਂ ਇੰਟਰਵਿਊ ਹੋ ਰਹੀ ਸੀ। Even before the interview started, I reckoned the panel was biased, so I told them rather politely, I hope this is only a technical interview. ਜਦੋਂ ਇੰਟਰਵਿਊ ਸ਼ੁਰੂ ਹੋਈ, ਕਿਉਂਕਿ ਮੈਂ ਮੰਨ ਚੁੱਕੀ ਸੀ ਕਿ ਪੈਨਲ ਬਾਇਸ ਹੈ, ਪੈਨਲ ਭੇਦਭਾਵ ਕਰਦਾ ਹੈ, ਅਤੇ ਮੈਂ ਉਹਨਾਂ ਨੂੰ ਥੋੜ੍ਹਾ ਜਿਹਾ ਰੂਡ ਬੋਲੀ। ਇੰਪੋਲਾਈਟਲੀ ਦਾ ਮਤਲਬ ਹੁੰਦਾ ਥੋੜ੍ਹਾ ਜਿਹਾ ਔਖਾ ਬੋਲੀ ਕਿ ਮੈਨੂੰ ਲੱਗਦਾ ਹੈ ਕਿ ਇਹ ਸਿਰਫ ਟੈਕਨੀਕਲ ਇੰਟਰਵਿਊ ਹੀ ਹੋਏਗੀ। ਦੇ ਵਰ ਟੇਕਨ ਅਬੈਕ ਬਾਈ ਮਾਈ ਰੂਡਨੈਸ। ਉਹ ਵੀ ਹੈਰਾਨ ਪਰੇਸ਼ਾਨ ਹੋ ਗਏ ਕਿ ਮੈਂ ਇੰਨਾ ਰੂਡ ਬੋਲੀ ਉਹਨਾਂ ਨੂੰ। ਈਵਨ ਟੂਡੇ ਆਈ ਐਮ ਅਸ਼ੇਮਡ ਅਬਾਊਟ ਮਾਈ ਐਟੀਟਿਊਡ। ਅੱਜ ਵੀ ਮੈਨੂੰ ਸ਼ਰਮ ਆਉਂਦੀ ਹੈ ਜਦੋਂ ਮੈਂ ਯਾਦ ਕਰਦੀ ਵੀ ਮੈਂ ਉੱਥੇ ਕੀ ਐਟੀਟਿਊਡ ਦਿਖਾਇਆ ਸੀ। ਦ ਪੈਨਲ ਆਸਕਡ ਮੀ ਟੈਕਨੀਕਲ ਕੁਐਸਚਨ ਐਂਡ ਆਨਸਰਡ ਆਲ ਆਫ ਦੈਮ। ਪੈਨਲ ਨੇ ਮੈਨੂੰ ਟੈਕਨੀਕਲ ਜਿਹੜਾ ਲਿੰਕ ਦੇ ਸਵਾਲ ਪੁੱਛੇ ਅਤੇ ਮੈਂ ਉਹਨਾਂ ਸਾਰਿਆਂ ਦਾ ਜਵਾਬ ਦੇ ਦਿੱਤਾ। The elderly gentleman was with an affectionate voice told me, do you know why we said ladies candidates need not to apply? ਜਿਹੜਾ ਬਜ਼ੁਰਗ ਬੰਦਾ ਸੀਗਾ ਉਹ ਬੜੇ ਪਿਆਰ ਨਾਲ ਬੋਲਿਆ ਮੈਨੂੰ, ਕਹਿੰਦਾ ਤੈਨੂੰ ਪਤਾ ਹੈ ਕਿ ਅਸੀਂ ਕਿਉਂ ਲਿਖਿਆ ਸੀ ਕਿ ਲੇਡੀਜ਼ ਕੈਂਡੀਡੇਟਸ ਅਪਲਾਈ ਨਾ ਕਰਨ? The reason is that we have never employed the lady on the shop floor. ਕਹਿੰਦਾ ਉਹਦਾ ਕਾਰਨ ਹੈ ਕਿ ਅਸੀਂ ਕਦੀ ਕਿਸੇ ਲੇਡੀ ਨੂੰ ਦੁਕਾਨਾਂ ਵਾਲੇ ਫਲੋਰ 'ਤੇ ਇੰਪਲੋਏ ਨਹੀਂ ਕੀਤਾ। ਦਿਸ ਇਜ਼ ਨਾਟ ਅ ਕੋਐਡ ਕਾਲਜ। ਵੀ ਇਹ ਕੋਐਡ ਕਾਲਜ ਨਹੀਂ ਹੈ। ਕੋਐਡ ਦਾ ਮਤਲਬ ਹੁੰਦਾ ਕੋ ਐਜੂਕੇਸ਼ਨ, ਜਿਹਦੇ 'ਚ ਕੁੜੀਆਂ ਮੁੰਡੇ ਇਕੱਠੇ ਪੜ੍ਹਦੇ ਨੇ। ਦਿਸ ਇਜ਼ ਅ ਫੈਕਟਰੀ। ਕਹਿੰਦਾ ਇਹ ਫੈਕਟਰੀ ਹੈ, ਕਾਲਜ ਨਹੀਂ ਹੈਗਾ। ਵੈਨ ਇਟ ਕਮ ਟੂ ਐਕੈਡੈਮਿਕਸ ਯੂ ਆਰ ਅ ਫਸਟ ਰੈਂਕਰ ਥਰੂ ਆਊਟ। ਕਹਿੰਦਾ ਜੇ ਪੜ੍ਹਾਈ ਦੀ ਗੱਲ ਕਰੀਏ ਤਾਂ ਤੂੰ ਹਮੇਸ਼ਾ ਫਸਟ ਆਈ ਹੈ। ਵੀ ਐਪਰੀਸ਼ੀਏਟ ਦੈਟ। ਅਸੀਂ ਉਹਦੀ ਤਾਰੀਫ ਕਰਦੇ ਹਾਂ, ਬਟ ਪੀਪਲ ਲਾਈਕ ਯੂ ਸ਼ੁੱਡ ਵਰਕ ਇਨ ਰਿਸਰਚ ਲੈਬਸ। ਵੀ ਤੇਰੇ ਵਰਗੇ ਬੰਦਿਆਂ ਨੂੰ ਰਿਸਰਚ ਲੈਬਸ 'ਚ ਕੰਮ ਕਰਨਾ ਚਾਹੀਦਾ, ਫੈਕਟਰੀਆਂ 'ਚ ਨਹੀਂ। I was a young girl from small town Hubli and my world has been a limited place. ਮੈਂ ਇੱਕ ਛੋਟੀ ਕੁੜੀ ਸੀਗੀ ਹੁਬਲੀ ਤੋਂ, ਛੋਟਾ ਜਿਹਾ ਸ਼ਹਿਰ ਹੈ, ਅਤੇ ਮੇਰਾ ਦੁਨੀਆ ਵੀ ਜਿਹੜੀ ਸੀ ਉਹ ਛੋਟੀ ਸੀਗੀ। I didn't know the ways of large corporate houses and their difficulties, so I answered. ਸੋ ਮੈਨੂੰ ਜਿਹੜੇ ਵੱਡੇ ਕਾਰਪੋਰੇਟ ਹਾਊਸਿਸ ਨੇ, ਜਿਹੜੀਆਂ ਵੱਡੀਆਂ ਕੰਪਨੀਜ਼ ਨੇ, ਉਹਨਾਂ ਦੇ ਮੁਸ਼ਕਿਲਾਂ ਦਾ ਅਤੇ ਉਹਨਾਂ ਦੇ ਤਰੀਕਿਆਂ ਦਾ ਨਹੀਂ ਸੀ ਪਤਾ, ਸੋ ਮੈਂ ਜਵਾਬ ਦਿੱਤਾ। But you must start somewhere, otherwise no woman will ever be able to work in your factories. ਉਹ ਕਹਿੰਦੀ ਤੁਹਾਨੂੰ ਕਿਤੋਂ ਤਾਂ ਸ਼ੁਰੂ, ਕਹਿੰਦੀ ਮੈਂ ਕਿਹਾ ਵੀ ਕਿਤੋਂ ਤਾਂ ਸ਼ੁਰੂ ਕਰਨਾ ਪਏਗਾ, ਅਦਰਵਾਈਜ਼ ਲੇਡੀਜ਼ ਕਦੀ ਵੀ ਤੁਹਾਡੀ ਫੈਕਟਰੀ 'ਚ ਕੰਮ ਕਰਨ ਨਹੀਂ ਲੱਗਣਗੀਆਂ। Finally, after a long interview, I was told I had been successful. ਕਾਫੀ ਲੰਬੀ ਇੰਟਰਵਿਊ ਤੋਂ ਬਾਅਦ ਮੈਨੂੰ ਦੱਸਿਆ ਗਿਆ ਕਿ ਮੈਂ ਸਕਸੈਸਫੁਲ ਹੋ ਗਈ ਹਾਂ। ਸੋ ਦਿਸ ਵਾਜ਼ ਦ ਫਿਊਚਰ ਹੈਡ ਸਟੋਰ ਫॉर ਮੀ। ਕਹਿੰਦੀ ਇਹ ਕਿਸਮਤ ਨੇ ਮੇਰੇ ਲਈ ਆਪਣੇ ਸਟੋਰ 'ਚ ਰੱਖਿਆ ਸੀ। ਨੈਵਰ ਹੈਡ ਆਈ ਥੋਟ ਆਈ ਵੁੱਡ ਟੇਕ ਅਪ ਅ ਜੋਬ ਇਨ ਪੁਣੇ। ਕਿ ਮੈਂ ਕਦੀ ਵੀ ਨਹੀਂ ਸੋਚਿਆ ਸੀ ਕਿ ਮੈਂ ਪੁਣੇ ਨੌਕਰੀ ਕਰਾਂਗੀ, ਕਿਉਂਕਿ ਉਹ ਤਾਂ ਬਾਹਰ ਜਾਣਾ ਚਾਹੁੰਦੀ ਸੀ। ਆਈ ਮੈਟ ਅ ਸ਼ਾਈ ਮੈਨ ਫਰੋਮ ਕਰਨਾਟਕਾ ਦੇਅਰ ਐਂਡ ਵੀ ਬਿਕੇਮ ਗੁੱਡ ਫਰੈਂਡਸ ਐਂਡ ਵੀ ਗੋਟ ਮੈਰਿਡ। ਮੈਨੂੰ ਉੱਥੇ ਇੱਕ ਕਰਨਾਟਕਾ ਦਾ ਸ਼ਰਮੀਲਾ ਜਿਹਾ ਮੁੰਡਾ ਮਿਲਿਆ, ਅਸੀਂ ਇੱਕ ਅੱਛੇ ਦੋਸਤ ਬਣ ਗਏ, ਫਿਰ ਸਾਡਾ ਵਿਆਹ ਹੋ ਗਿਆ। ਇਟ ਵਾਜ਼ ਓਨਲੀ ਆਫਟਰ ਦ ਜੁਆਇਨਿੰਗ ਟੈਲਕੋ ਆਈ ਰੀਅਲਾਈਜ਼ਡ who JRD was. ਕਹਿੰਦੀ ਮੈਨੂੰ ਟੈਲਕੋ ਜੁਆਇਨ ਕਰਨ ਤੋਂ ਬਾਅਦ ਪਤਾ ਲੱਗਿਆ ਕਿ JRD ਹੈ ਕੌਣ।
ਦ ਅਨਕਰਾਊਨਡ ਕਿੰਗ ਆਫ ਇੰਡੀਅਨ ਇੰਡਸਟਰੀ, ਵੀ ਜਿਹੜਾ ਸਾਡੀ ਭਾਰਤ ਦੀ ਇੰਡਸਟਰੀ ਦਾ ਰਾਜਾ ਹੈ, ਬਸ ਉੱਤੇ ਤਾਜ ਨਹੀਂ ਪਿਆ ਸਿਰ 'ਤੇ। ਨਾਓ ਆਈ ਵਾਸ ਸਕੇਅਰਡ ਬਟ ਆਈ ਡਿਡ ਨਾਟ ਗੈਟ ਟੂ ਮੀਟ ਹਿਮ ਟਿਲ ਆਈ ਵਾਸ ਟਰਾਂਸਫਰ ਟੂ ਬੰਬੇ। ਹੁਣ ਮੈਨੂੰ ਡਰ ਲੱਗਦਾ, ਬਟ ਮੈਂ ਜਦੋਂ ਤੱਕ ਬੰਬੇ ਮੇਰੀ ਟਰਾਂਸਫਰ ਨਹੀਂ ਸੀ ਹੋਈ ਮੈਂ ਉਹਨੂੰ ਮਿਲ ਨਹੀਂ ਸਕੀ। One day I had to show some reports to Mr. Mulgaonkar, our chairman, who we all knew as SM। ਇੱਕ ਦਿਨ ਮੈਂ ਮਿਸਟਰ ਮੂਲਗਾਓਂਕਰ ਜਿਹੜੇ ਸਾਡੇ ਚੇਅਰਮੈਨ ਸੀ ਉਹਨੂੰ ਆਪਣੀਆਂ ਰਿਪੋਰਟਸ ਦਿਖਾਉਣੀਆਂ ਸੀ, ਜਿਹਨੂੰ ਅਸੀਂ SM ਕਹਿੰਦੇ ਸੀ। ਉਹਦਾ ਨਾਮ ਸੁਮੰਤ ਮੂਲਗਾਓਂਕਰ ਸੀ ਨਾ, S ਸੁਮੰਤ M ਮੂਲਗਾਓਂਕਰ। I was in his office on the first floor of Bombay House when suddenly GRD walked in। ਮੈਂ ਉਹਦੇ ਆਫਿਸ 'ਚ ਸੀ ਫਸਟ ਫਲੋਰ 'ਤੇ ਬੰਬੇ ਸੁਮੰਤ ਮੁਲਗਾਓਂਕਰ 'ਤੇ, ਜਦੋਂ ਅਚਾਨਕ GRD ਆ ਗਿਆ। ਦੈਟ ਵਾਜ਼ ਦ ਫਸਟ ਟਾਈਮ ਆਈ ਸੌ ਐਪਰੋ GRD। ਜਿਹੜਾ ਸੀ ਪਹਿਲੀ ਵਾਰੀ ਮੈਂ ਦੇਖਿਆ ਐਪਰੋ GRD। ਐਪਰੋ ਮੀਨਸ ਆਰ ਇਨ ਗੁਜਰਾਤੀ। ਐਪਰੋ ਜਿਹੜਾ ਉਹਨੂੰ ਕਹਿੰਦੇ ਸੀ ਉਹਦਾ ਮਤਲਬ ਸੀ ਸਾਡਾ ਗੁਜਰਾਤੀ ਦੇ ਵਿੱਚ। ਦਿਸ ਵਾਜ਼ ਐਨ ਅਫੈਕਸ਼ਨੇਟ ਟਰਮ ਬਾਏ ਦ ਪੀਪਲ ਐਟ ਬੰਬੇ ਹਾਊਸ ਕਾਲਡ ਹਿਮ। ਇਹ ਜਿਹੜਾ ਐਪਰੋ ਸ਼ਬਦ ਹੈ ਉਹ ਬੰਬੇ ਹਾਊਸ ਦੇ ਬੰਦੇ ਉਹਨੂੰ ਪਿਆਰ ਨਾਲ ਕਹਿੰਦੇ ਸੀ। ਆਈ ਵਾਸ ਫੀਲਿੰਗ ਵੈਰੀ ਨਰਵਸ ਰਿਮੈਂਬਰਿੰਗ ਮਾਈ ਪੋਸਟ ਕਾਰਡ ਐਪੀਸੋਡ। ਵੀ ਆਪਣੀ ਪੋਸਟ ਕਾਰਡ ਵਾਲੀ ਗੱਲ ਨੂੰ ਯਾਦ ਕਰਕੇ ਮੈਂ ਬੜਾ ਘਬਰਾ ਰਹੀ ਸੀ। SM ਇੰਟਰੋਡਿਊਸਡ ਮੀ ਨਾਈਸਲੀ। SM ਮੀਨ ਸੁਮੰਤ ਮੂਲਗਾਓਂਕਰ ਨੇ ਮੇਰੀ ਇੰਟਰੋਡਕਸ਼ਨ ਕਰਾਈ। ਜਿਹੜੇ ਉਹਦੇ ਐਸੋਸੀਏਟਸ ਨੂੰ GRD ਸੀ ਨਾ, ਉਹਨੂੰ ਜੇ ਕਹਿੰਦੇ ਸੀਗੇ। This young woman is an engineer and that too a post graduate। ਕਹਿੰਦਾ ਵੀ ਇਹ ਜਿਹੜੀ ਛੋਟੀ ਜਿਹੀ ਲੇਡੀ ਹੈ ਇਹ ਇੰਜੀਨੀਅਰ ਹੈ ਅਤੇ ਪੋਸਟ ਗ੍ਰੈਜੂਏਟ ਵੀ ਹੈ। She is the first woman to work on telco shop floor। ਇਹ ਜਿਹੜੀ ਹੈ ਪਹਿਲੀ ਲੇਡੀ ਹੈ ਜਿਹੜੀ ਟੈਲਕੋ ਸ਼ਾਪ ਫਲੋਰ 'ਤੇ ਕੰਮ ਕਰ ਰਹੀ ਹੈ। GRD looked at me। GRD ਨੇ ਮੇਰੇ ਵੱਲ ਦੇਖਿਆ। I was praying he wouldn't ask me any question about my interview or the postcard that preceded it। ਮੈਂ ਪ੍ਰਾਰਥਨਾ ਕਰ ਰਹੀ ਸੀ ਕਿ ਉਹ ਮੈਨੂੰ ਕੋਈ ਮੇਰੇ ਇੰਟਰਵਿਊ ਵਾਲੇ ਬਾਰੇ ਜਾਂ ਪੋਸਟਕਾਰਡ ਦੇ ਬਾਰੇ ਕੋਈ ਸਵਾਲ ਨਾ ਪੁੱਛੇ। Close to 50% of the students in today's engineering colleges are girls। ਅੱਜ ਦੇ ਜ਼ਮਾਨੇ ਦੀ ਗੱਲ ਕਰਾਂ ਤੇ ਲਗਭਗ 50% ਸਟੂਡੈਂਟ ਜਿਹੜੀਆਂ ਇੰਜੀਨੀਅਰਿੰਗ ਕਾਲਜਿਸ 'ਚ ਪੜ੍ਹਦੀਆਂ ਨੇ ਉਹ ਕੁੜੀਆਂ ਨੇ। ਐਂਡ ਦੇਅਰ ਆਰ ਵੂਮਨ ਔਨ ਸ਼ਾਪ ਫਲੋਰ ਇਨ ਮੈਨੀ ਇੰਡਸਟਰੀ ਸੈਗਮੈਂਟਸ। ਅਤੇ ਇੰਡਸਟਰੀ ਦੇ ਬਹੁਤ ਸਾਰੇ ਸੈਗਮੈਂਟ ਦੇ ਵਿੱਚ, ਬਹੁਤ ਸਾਰੇ ਜਗ੍ਹਾ ਦੇ ਵਿੱਚ ਜਿਹੜੀਆਂ ਸ਼ਾਪ ਫਲੋਰਸ 'ਤੇ ਲੇਡੀਜ਼ ਕੰਮ ਕਰ ਰਹੀਆਂ। ਸ਼ਾਪ ਫਲੋਰ ਬੇਟਾ ਉਹਨੂੰ ਕਹਿੰਦੇ ਆ ਐਗਜ਼ੈਕਟਲੀ ਉਹ ਏਰੀਆ ਜਿੱਥੇ ਵਰਕਰਸ ਚੀਜ਼ਾਂ ਬਣਾਉਂਦੇ ਆ। ਆਈ ਸੀ ਦੀਜ਼ ਚੇਂਜਿਸ ਐਂਡ ਆਈ ਥਿੰਕ ਆਫ GRD। ਮੈਂ ਹੁਣ ਇਹ ਬਦਲਾਵ ਦੇਖਦੀ ਹਾਂ ਅਤੇ ਮੈਂ GRD ਬਾਰੇ ਸੋਚਦੀ ਹਾਂ। ਇਫ ਐਟ ਆਲ ਦ ਟਾਈਮ ਸਟੋਪਸ ਐਂਡ ਆਸਕਸ ਮੀ ਵਟ ਆਈ ਵਾਂਟ ਫਰੋਮ ਲਾਈਫ। ਕਹਿੰਦੇ ਜੇ ਸਮਾਂ ਰੁਕ ਜਾਏ ਅਤੇ ਮੈਨੂੰ ਪੁੱਛੇ ਕਿ ਮੈਨੂੰ ਜ਼ਿੰਦਗੀ ਤੋਂ ਕੀ ਚਾਹੀਦਾ, I would say I wish GRD were alive today to see how the company he started has grown। ਅਤੇ ਮੈਂ ਸਮੇਂ ਤੋਂ ਕੀ ਮੰਗਾਂਗੀ? ਮੈਂ ਸਮੇਂ ਤੋਂ ਮੰਗਾਂਗੀ ਕਿ GRD ਫਿਰ ਦੁਬਾਰਾ ਜਿੰਦੇ ਹੋ ਜਾਣ ਤਾਂ ਕਿ ਉਹ ਆਪਣੀ ਕੰਪਨੀ ਦੇਖ ਸਕੇ ਕਿ ਜਿੱਥੇ ਉਹਨੇ ਸ਼ੁਰੂ ਕੀਤੀ ਸੀ ਉਹ ਕਿੱਥੇ ਤੱਕ ਪਹੁੰਚ ਗਈ ਹੈ। He would have enjoyed it wholeheartedly। ਉਹ ਇਹਨੂੰ ਬਹੁਤ ਹੀ ਇੰਜੋਏ ਕਰੇਗਾ। ਅੱਛਾ ਬੇਟਾ ਸਾਡੀ ਸਟੋਰੀ ਹੋ ਗਈ ਹੈ ਖ਼ਤਮ। ਇਹਨੂੰ ਚੰਗੀ ਤਰ੍ਹਾਂ ਪੜ੍ਹ ਲੈਣਾ। ਜਿਹੜੇ ਔਖੇ ਸ਼ਬਦ ਹੈ ਮੈਂ ਉਹਨਾਂ ਦੇ ਆਨਸਰਸ ਲਿਖ ਕੇ ਤੁਹਾਨੂੰ ਭੇਜ ਦਾਂਗੀ। ਮੀਨਿੰਗਸ ਕੁਐਸਚਨ ਆਨਸਰ ਮੈਂ ਭੇਜ ਦਿੱਤੇ ਹੈ ਅਤੇ ਉਹਨਾਂ ਨੂੰ ਕਾਪੀ 'ਤੇ ਨੋਟ ਕਰ ਲੈਣਾ ਅਤੇ ਸਟੋਰੀ ਇੱਕ ਵਾਰੀ ਜ਼ਰੂਰ ਪੜ੍ਹ ਲੈਣਾ। ਬਾਕੀ ਦੀ ਗ੍ਰਾਮਰ ਵੀ ਮੈਂ ਤੁਹਾਨੂੰ ਭੇਜ ਦਾਂਗੀ ਅਤੇ ਕਾਪੀ 'ਤੇ ਸੋਲਵ ਕਰ ਲੈਣਾ। ਥੈਂਕ ਯੂ।